ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਘਰ ਨਾਵਾ ਮਹੱਲਾ ਪੰਜਵਾ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਚੱਲ ਰਹੀ ਲੜੀਵਾਰ ਕਥਾ ਵਿਚਾਰ ਪਾਵਨ ਅੰਗ 401 ਤੇ ਸਤਿਗੁਰੂ ਕਿਰਪਾ ਕਰ ਰਹੇ ਹਨ। ਆਸਾ ਰਾਗ ਦੇ 9ਵੇਂ ਘਰ ਸੁਰਤਾਲ ਵਿੱਚ 5ਵੇਂ ਪਾਤਸ਼ਾਹ ਜੀ ਜਿਗਿਆਸੂ ਦੀ ਅਵਸਥਾ ਦੁਆਰਾ ਕਥਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦੁੱਤੀ ਸਰੂਪ ਬ੍ਰਹਮ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਚਿਤਵੋ ਚਿਤਵ ਸਰਬ ਸੁਖ ਪਾਵੋ, ਆਗੈ ਭਾਵੋ ਕਿ ਨ ਭਾਵੋ। ਮੈਂ ਪਰਮੇਸ਼ਰ ਨੂੰ ਚਿਤਵਦਾ ਹਾਂ ਕਿ ਚੇਤੇ ਕਰਕੇ ਸਾਰੇ ਸੁੱਖਾਂ ਨੂੰ ਪ੍ਰਾਪਤ ਕਰ ਲਵਾਂਗਾ। ਚਿਤਵਨੇ ਜੋਗ ਪਰਮੇਸ਼ਰ ਨੂੰ ਚੇਤੇ ਕਰਕੇ ਸਾਰੇ ਬੈਕੁੰਠ ਦੀਆਂ ਮੁਕਤੀਆਂ ਦੇ ਸੁੱਖ, ਸੱਤਾਂ ਭੂਮਿਕਾਵਾਂ ਦੇ ਸੁੱਖ ਪ੍ਰਾਪਤ ਕਰ ਲਵਾਂ। ਪਰ ਪਤਾ ਨਹੀਂ ਮੇਰਾ ਚਿੰਤਨ ਕਰਨਾ ਪਰਮੇਸ਼ਰ ਨੂੰ ਆਗੇ ਕਹੀਏ ਅੱਗੇ ਭਾਵੇਗਾ ਜਾਂ ਨਹੀਂ ਭਾਵੇਗਾ। ਏਕ ਦਾਤਾਰ ਸਗਲ ਹੈ ਜਾਚਕ, ਦੂਸਰ ਕੈ ਪਹਿ ਜਾਵੋ। ਹੇ ਮਹਾਰਾਜ, ਤੂੰ ਇੱਕੋ ਹੀ ਦਾਤਾਰ ਦਾਤਾ ਹੈ ਅਤੇ ਬਾਕੀ ਸਾਰੇ ਤੇਰੇ ਮੰਗਤੇ ਹਨ, ਜਾਚਕ ਹਨ। ਅਸੀਂ ਦੂਜੇ ਹੋਰ ਕਿਸ ਦੇ ਪਾਸ ਜਾਣਾ ਕਰੀਏ। ਹਉ ਮੰਗੋ ਆਨ ਲੱਜਾਵੋ। ਜੇ ਮੈਂ ਹੋਰ ਕਿਸੇ ਦੇ ਕੋਲੋਂ ਮੰਗਣਾ ਕਰਾਂ ਤਾਂ ਮੈਨੂੰ ਲੱਜਾਵੋ ਕਹੀਏ, ਸ਼ਰਮ ਆਉਂਦੀ ਹੈ। ਸਗਲ ਛਤਰਪਤ ਏਕੋ ਠਾਕੁਰ, ਕੌਣ ਸੰਸਰ ਲਾਵੋ ਰਹਾਉ। ਸਾਰਿਆਂ ਦਾ ਛਤਰਪਤ ਚੱਕਰਵਰਤੀ ਪਾਤਸ਼ਾਹ ਪਰਮੇਸ਼ਰ ਹੀ ਇੱਕ ਠਾਕੁਰ ਸੁਆਮੀ, ਉਸ ਦਾ ਸੰਸਰ ਬਰਾਬਰ ਕਿਸ ਨੂੰ ਲਾਉਣਾ ਕਰੀਏ, ਕਿਉਂਕਿ ਬਾਕੀ ਸਾਰੇ ਉਸ ਦੇ ਦਰ ਦੇ ਮੰਗਤੇ ਹਨ। ਊਠੋ ਊਠੋ ਬੈਸੋ ਰਹਿ ਪੇ ਨ ਸਾਕੋ, ਦਰਸ਼ਨ ਖੋਜ ਖੋ ਜਾਵੋ। ਹੇ ਮਹਾਰਾਜ, ਉੱਠਦਿਆਂ ਬੈਸੋ ਬੈਠਦਿਆਂ ਦੁਨੀਆ ਵੱਲੋਂ ਉੱਠਦੇ ਭਾਵ ਉਪਰਾਮ ਹੁੰਦੇ ਅਤੇ ਸਮਾਧੀ ਵਿੱਚ ਬੈਠਦੇ ਤੇਰੇ ਸਿਮਰਨ ਤੋਂ ਬਗੈਰ ਤੁਰਿਆ ਪਦ ਵਿੱਚ ਰਹਿ ਵੀ ਨਹੀਂ ਸਕਦੇ। ਹੇ ਮਹਾਰਾਜ, ਤੇਰਾ ਸਿਮਰਨ ਕਰਨ ਲਈ ਉੱਠਦੇ ਹਾਂ ਪਰ ਚਿੱਤ ਨਾ ਟਿਕਣ ਕਰਕੇ ਫਿਰ ਬੈਠ ਜਾਂਦੇ ਹਾਂ ਕਿ ਤੁਸੀਂ ਕਿਰਪਾ ਕਰੋਗੇ ਤਾਂ ਜਪਾਂਗੇ, ਪਰ ਵਿਛੋੜੇ ਕਰਕੇ ਰਿਹਾ ਵੀ ਨਹੀਂ ਜਾਂਦਾ। ਤੁਹਾਡੇ ਦੀਦਾਰ ਦੇ ਖੋਜੀ ਹੋ ਕੇ ਭਾਲ ਵਿੱਚ ਆਉਂਦੇ ਹਾਂ। ਬ੍ਰਹਮਾ ਦਿਕ ਸਨਕਾਦਿਕ ਸਨਕ ਸਨੰਦਨ, ਸਨਾਤਨ ਸੰਤ ਕੁਮਾਰ, ਤਿਨ ਕਉ ਮਹਿਲ ਦੁਲ ਭਾਵੋ। ਬ੍ਰਹਮਾ ਦਿਕ ਬ੍ਰਹਮਾ ਆਦਿਕ ਤਿੰਨ ਵੱਡੇ ਦੇਵਤੇ, ਸਨਕਾਦਿਕ ਸਨਕ ਆਦਿ ਬ੍ਰਹਮਾ ਦੇ ਪੁੱਤਰ ਜੋ ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ ਹਨ, ਉਹਨਾਂ ਨੂੰ ਵੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਦਰਸ਼ਨ ਦੁਲਭਾਵੋ ਦੁਰਲੱਭ ਕਠਿਨਤਾਈ ਨਾਲ ਲੱਭਣ ਵਾਲੇ ਹਨ। ਅਗਮ ਅਗਾਧ ਅਗਮ ਅਗਮ ਆਗਾਧ ਬੋਧ, ਅਗਮ ਅਗਮ ਆਗਾਧ ਬੋਧ, ਕੀਮਤ ਪਰੈ ਨ ਪਾਵੋ। ਜੋ ਸ਼ਾਸਤਰਾਂ ਕਰਕੇ ਵੀ ਅਗਮ ਗਮਤਾ ਤੋਂ ਰਹਿਤ ਹੈ, ਵੇਦਾਂ ਕਰਕੇ ਵੀ ਪਹੁੰਚ ਤੋਂ ਰਹਿਤ ਹੈ ਅਤੇ ਜਿਸ ਦਾ ਬੋਧ ਗਿਆਨ ਜਾਣਨਾ ਵੀ ਅਗਾਧ ਡੂੰਘਾ ਹੈ, ਉਸ ਪਰਮੇਸ਼ਰ ਦੇ ਸਰੂਪ ਦੀ ਕੀਮਤ ਪਾਉਣ ਤੋਂ ਪਰੇ ਹੈ, ਕੋਈ ਵੀ ਨਹੀਂ ਪਾ ਸਕਦਾ। ਤਾਕੀ ਸਰਣ ਸਤ ਪੁਰਖ ਕੀ, ਸਤਿਗੁਰ ਪੁਰਖ ਧਿਆਵੋ। ਇਸ ਕਰਕੇ ਅਸੀਂ ਸੱਚੇ ਪੁਰਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਰਣ ਓਟ ਤੱਕਣਾ ਕੀਤੀ ਹੈ। ਉਹਨਾਂ ਪੂਰਨ ਸਤਿਗੁਰਾਂ ਨੂੰ ਧਿਆਉਂਦੇ ਹਾਂ। ਭਇਓ ਕਿਰਪਾਲ ਦਇਆਲ ਪ੍ਰਭ ਠਾਕੁਰ, ਕਾਟਿਓ ਬੰਧ ਗਰਾਵੋ। ਜਦੋਂ ਦਇਆ ਦਾ ਘਰ ਠਾਕੁਰ ਸੁਆਮੀ ਪਰਮੇਸ਼ਰ ਕਿਰਪਾਲੂ ਹੋਇਆ, ਜੋ ਸਤਿਯੁਗ ਵਿੱਚ ਵੀ ਕਿਰਪਾਲੂ ਸੀ, ਤ੍ਰੇਤੇ ਵਿੱਚ ਵੀ ਦਿਆਲਤਾ ਕਰਨ ਵਾਲਾ ਸੀ, ਦੁਆਪਰ ਵਿੱਚ ਵੀ ਸਾਰਿਆਂ ਦਾ ਪ੍ਰਭੂ ਸੀ ਅਤੇ ਹੁਣ ਕਲਯੁਗ ਵਿੱਚ ਵੀ ਸਾਰਿਆਂ ਦਾ ਠਾਕੁਰ ਸੁਆਮੀ ਹੈ। ਉਸ ਨੇ ਅੰਤਸ਼ਕਰਨ ਰੂਪੀ ਗਰਾਵੋ ਕਹੀਏ ਗਲੇ ਵਿੱਚੋਂ ਹਉਮੈ ਆਦਿ ਦੇ ਬੰਧਨ ਕੱਢ ਦਿੱਤੇ ਹਨ।
ਕਹੋ ਨਾਨਕ ਜੋ ਸਾਧ ਸੰਗ ਪਾਇਓ, ਤਉ ਫਿਰ ਜਨਮ ਨ ਆਵੋ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਜਗਿਆਸੂ ਨੇ ਮਹਾਤਮਾ ਜਨਾਂ ਦੀ ਸੰਗਤ ਪਾ ਲਿਆ, ਤਦੋਂ ਫਿਰ ਦੁਬਾਰਾ ਜਨਮਣ ਮਰਨ ਦੇ ਚੱਕਰ ਵਿੱਚ ਨਹੀਂ ਆਉਣਾ ਕਰੇਗਾ। ਆਸਾ ਮਹੱਲਾ ਪੰਜਵਾ। ਅੰਤਰ ਗਾਵੋ ਬਾਹਰ ਗਾਵੋ, ਗਾਵੋ ਜਾਗ ਸਵਾਰੀ। ਹਿਰਦੇ ਅੰਦਰ ਪਰਮੇਸ਼ਰ ਦਾ ਜਸ ਵੀ ਗਾਉਂਦੇ ਰਹੋ ਤੇ ਗਾਉਂਦੇ ਹਾਂ, ਬਾਹਰੋਂ ਮੁਖ ਦੁਆਰਾ ਵੀ ਜਸ ਗਾਉਂਦੇ ਹਾਂ, ਅੰਤਰਮੁਖ ਬਿਰਤੀ ਕਰਕੇ ਵੀ ਜਸ ਗਾਉਂਦੇ ਹਾਂ ਤੇ ਬਾਹਰ ਬੈਖਰੀ ਬਾਣੀ ਕਰਕੇ ਵੀ ਜਸ ਗਾਉਂਦੇ ਹਾਂ। ਅਤੇ ਸਵਾਰੀ ਸਵੇਰੇ ਅੰਮ੍ਰਿਤ ਵੇਲੇ ਜਾਗ ਕੇ ਉਸੇ ਦਾ ਜਸ ਗਾਉਂਦੇ ਹਾਂ। ਗਿਆਨ ਅਵਸਥਾ ਵਿੱਚ ਜਾਗ ਕੇ ਵੀ ਸਵਾਰ ਕੇ ਗੁਣ ਗਾਉਂਦੇ ਹਾਂ। ਸੰਗ ਚਲਨ ਕਉ ਤੋਸਾ ਦੀਨਾ, ਗੋਬਿੰਦ ਨਾਮ ਕੇ ਬਿਵਹਾਰੀ। ਸਾਨੂੰ ਅੰਤ ਵੇਲੇ ਨਾਲ ਚੱਲਣ ਵਾਸਤੇ ਸਤਿਗੁਰਾਂ ਨੇ ਇਹ ਸਿਮਰਨ ਰੂਪੀ ਤੋਸਾ ਖਰਚ ਦੇਣਾ ਕਹੀਏ, ਦੀਨਾ ਕਹੀਏ, ਦੇਣਾ ਕੀਤਾ ਹੈ। ਤੋਸਾ ਇੱਕ ਸਮਾਨ ਖੰਡ ਘਿਓ ਤੇ ਮੈਦੇ ਤੋਂ ਬਣਿਆ ਹੋਇਆ ਪਦਾਰਥ, ਇਸ ਨੂੰ ਤੋਸਾ ਕਹਿੰਦੇ ਹਨ। ਇਸ ਪ੍ਰਕਾਰ ਸਤਿਗੁਰਾਂ ਨੇ ਭਗਤੀ ਰੂਪੀ ਖੰਡ, ਗਿਆਨ ਰੂਪੀ ਮੈਦਾ ਤੇ ਪ੍ਰੇਮ ਰੂਪੀ ਘਿਓ ਦਾ ਤੋਸਾ ਦੇਣਾ ਕੀਤਾ ਹੈ। ਇਸ ਕਰਕੇ ਅਸੀਂ ਗੋਬਿੰਦ ਪਰਮੇਸ਼ਰ ਦੇ ਨਾਮ ਦੇ ਬਿਵਹਾਰੀ ਕਹੀਏ, ਵਪਾਰੀ ਹਾਂ। ਅਵਰ ਬਿਸਾਰੀ ਬਿਸਾਰੀ, ਹਾਂ ਅਵਰ ਹੋਰ ਮਿੱਥਿਆ ਪਦਾਰਥਾਂ ਦੀ ਪ੍ਰੀਤੀ ਮਨ ਵਿੱਚੋਂ ਬਿਸਾਰੀ ਭੁਲਾ ਦਿੱਤੀ ਹੈ। ਬਿਸ ਆਰੀ ਭਾਵ ਵਿਸ਼ੇ ਜੋ ਆਰੀ ਦੀ ਨਿਆਈ ਸ਼ੁਭ ਗੁਣਾ ਰੂਪੀ ਬ੍ਰਿਛ ਨੂੰ ਕੱਟਣ ਵਾਲੇ ਹਨ, ਉਹ ਵਿਸ਼ੇ ਬਿਸਾਰੀ ਵਿਸਰਜਨ ਕਰ ਦਿੱਤੇ ਆ। ਬਿਸ ਆਰੀ ਕਹੀਏ, ਬਿਸ ਸੰਸਾਰ ਦੀ ਪ੍ਰੀਤੀ ਜੋ ਵਿਸ਼ਿਆਂ ਦੀ ਆਰੀ ਸਖੀ ਬਣ ਰਹੀ ਸੀ, ਉਹ ਵੇ ਨਾਮ ਵਿਸ਼ੇਸ਼ ਕਰਕੇ ਸਾਰੀ ਨਾਮ ਸਾੜਨ ਵਾਲੀ ਜਾਣ ਕਰਕੇ ਵਿਸਾਰ ਦਿੱਤੀ ਹੈ। ਨਾਮਦਾਨ ਗੁਰ ਪੂਰੈ ਦਿਓ, ਮੈਂ ਇਹੋ ਆਧਾਰੀ ਰਹਾਉ। ਸਾਨੂੰ ਪੂਰਨ ਸਤਿਗੁਰਾਂ ਨੇ ਅੰਮ੍ਰਿਤ ਨਾਮ ਦਾ ਦਾਨ ਦੇਣਾ ਕੀਤਾ ਹੈ। ਮੈਂ ਇਹੋ ਹੀ ਮਨ ਬਾਣੀ ਸਰੀਰ ਕਰਕੇ ਆਧਾਰੀ ਕਹੀਏ, ਆਸਰਾ ਲਿਆ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਦੁਖਨ ਗਾਵੋ ਸੁਖ ਭੀ ਗਾਵੋ, ਮਾਰਗ ਪੰਥ ਸਮਾਰੀ। ਦੁਖਨ ਕਹੀਏ, ਦੁੱਖ ਵੇਲੇ ਵੀ ਅਲਾਪਦੇ ਹਾਂ, ਗਾਉਂਦੇ ਹਾਂ। ਸੁਖ ਵੇਲੇ ਵੀ ਗਾਵੋ, ਗਾਇਨ ਕਰਦੇ ਹਾਂ। ਪੰਥੀ ਹੋ ਕੇ ਮਾਰਗ ਰਸਤੇ ਉੱਪਰ ਚੱਲਦਿਆਂ ਵੀ ਪਰਮੇਸ਼ਰ ਦੀ ਯਾਦ ਨੂੰ ਸੰਭਾਰੀ ਕਹੀਏ, ਸੰਭਾਲਦੇ ਹਾਂ, ਚੇਤੇ ਕਰਦੇ ਹਾਂ। ਦੁਨੀਆ ਦੇ ਮਾਰਗ ਭਾਵ ਵਿਵਹਾਰਾਂ ਦੇ ਰਸਤਿਆਂ ਵਿੱਚ ਚੱਲਦੇ ਅਤੇ ਗੁਰਮਤਿ ਦੇ ਰਸਤੇ ਉੱਪਰ ਚੱਲਦੇ ਹੋਏ ਵੀ ਪਰਮੇਸ਼ਰ ਨੂੰ ਹੀ ਸਿਮਰਦੇ ਹਾਂ। ਦੁਨੀਆ ਦੇ ਮਾਰਗਾਂ ਨਾਲੋਂ ਗਿਆਨ ਰੂਪੀ ਪੰਥ ਰਸਤੇ ਵਿੱਚ ਚੱਲਣ ਵਾਸਤੇ ਵੀ ਵਾਹਿਗੁਰੂ ਨੂੰ ਸਿਮਰਨਾ ਕਰਦੇ ਹਾਂ। ਨਾਮ ਦ੍ਰਿੜ ਗੁਰ ਮਨ ਮਹਿ ਦੀਆ, ਮੋਰੀ ਤਿਸਾ ਬੁਝਾਰੀ। ਗੁਰ ਸਤਿਗੁਰਾਂ ਨੇ ਪਰਮੇਸ਼ਰ ਦੇ ਨਾਮ ਸਾਡੇ ਮਨ ਹਿਰਦੇ ਵਿੱਚ ਦ੍ਰਿੜ ਪਰਪੱਕ ਕਰ ਦਿੱਤਾ ਹੈ ਅਤੇ ਮੋਰੀ ਸਾਡੀ ਤਿਸਾ ਤ੍ਰਿਸ਼ਨਾ ਰੂਪੀ ਦੇਹ ਬੁਝਾ ਦਿੱਤੀ ਹੈ। ਦਿਨ ਪੀ ਗਾਵੋ ਰੈਨੀ ਗਾਵੋ, ਗਾਵੋ ਸਾਸ ਰਸ ਨਾਰੀ। ਉਸ ਨਾਮ ਨੂੰ ਦਿਨ ਵੇਲੇ ਵੀ ਗਾਉਂਦਾ ਰਹਾਂ, ਰੈਨੀ ਰਾਤ ਨੂੰ ਵੀ ਗਾਉਂਦਾ ਰਹਾਂ। ਦਿਨ ਦੀ ਨਿਆਈ ਗਿਆਨਵਾਨ ਹੋ ਕੇ ਵੀ ਗਾਉਂਦੇ ਰਹੀਏ, ਰਾਤ ਦੀ ਨਿਆਈ ਪ੍ਰੇਮ ਦੀ ਅਵਸਥਾ ਵਿੱਚ ਗਾਉਂਦੇ ਰਹੀਏ। ਸਾਸ ਹਰੇਕ ਸਵਾਸ ਅਤੇ ਰਸਨਾਰੀ ਜੀਭਾ ਕਰਕੇ ਵੀ ਗਾਉਂਦੇ ਰਹੀਏ। ਸਤ ਸੰਗਤ ਮਹਿ ਵਿਸਾਸ ਹੋਏ, ਹਰ ਜੀਵਤ ਮਰਤ ਸੰਗਾਰੀ। ਇਹ ਸਤ ਸੰਗਤ ਵਿੱਚ ਮਿਲ ਕੇ ਹੀ ਵਿਸ਼ਵਾਸ ਭਰੋਸਾ ਹੁੰਦਾ ਹੈ ਕਿ ਹਰੀ ਪਰਮੇਸ਼ਰ ਜਿਉਂਦਿਆਂ ਤੇ ਮਰਦਿਆਂ ਦੇ ਸੰਗਾਰੀ ਸਾਥ ਹੀ ਹੁੰਦਾ ਵਾ। ਜੀਵਤ ਭਾਵ ਵੱਲੋਂ ਮਰ ਕੇ ਹਰ ਪਰਮੇਸ਼ਰ ਦੇ ਸੰਗਾਰੀ ਸੰਗੀ ਹੋਈਦਾ। ਜਨ ਨਾਨਕ ਕੋ ਇਹੋ ਦਾਨ ਦੇਹੁ ਪ੍ਰਭ, ਪਾਵੋ ਸੰਤ ਰੇਨ ਉਰ ਧਾਰੀ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਪ੍ਰਭ ਪਰਮੇਸ਼ਰ, ਸਾਨੂੰ ਜਨਾਂ ਨੂੰ ਇਹ ਦਾਨ ਖੈਰਾਤ ਦੇਣਾ ਕਰੋ ਕਿ ਸ਼ਾਂਤ ਚਿੱਤ ਮਹਾਤਮਾ ਦੀ ਚਰਨ ਧੂੜ ਨੂੰ ਪ੍ਰਾਪਤ ਕਰਾਂ ਤੇ ਹਰ ਵੇਲੇ ਔਰ ਹਿਰਦੇ ਵਿੱਚ ਧਾਰਨ ਕਰਾਂ। ਸਰਵਨੀ ਕਥਾ ਨੈਣ ਦਰਸ ਪੇਖੋ,
ਮਸਤਕ ਗੁਰਚਰ ਨਾਰੀ। ਸਰਵਣੀ ਕੰਨਾਂ ਨਾਲ ਵੀ ਆਪ ਦੀ ਕਥਾ ਸੁਣਨਾ ਕਰਾਂ, ਨੈਣ ਨੇਤਰਾਂ ਨਾਲ ਤੁਹਾਡੇ ਦਰਸ਼ਨ ਵੇਖਣਾ ਕਰਾਂ, ਅਤੇ ਮਸਤਕ ਮੱਥਾ ਸਤਿਗੁਰੂ ਸਾਹਿਬ ਜੀ ਦੇ ਚਰਨਾਰੀ ਚਰਨਾਂ ਵਿੱਚ ਲੱਗਾ ਰਹੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਘਰ ਦਸਵਾਂ ਮਹੱਲਾ ਪੰਜਵਾ। ਇੱਕ ਜੋ ਅਦੁੱਤੀ ਸਰੂਪ ਬ੍ਰਹਮ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਆਸਾ ਰਾਗ ਵਿੱਚ 10ਵੇਂ ਘਰ ਸੁਰਤਾਲ ਅੰਦਰ 5ਵੇਂ ਪਾਤਸ਼ਾਹ ਜੀ ਵਿਰਾਗਮਈ ਪ੍ਰਕਰਣ ਸ਼ੁਰੂ ਕਰਦੇ ਹੋਏ ਉਪਦੇਸ਼ ਬਖਸ਼ਿਸ਼ ਕਰਦੇ ਹਨ। ਜਿਸਨੂੰ ਤੂੰ ਅਸਥਿਰ ਕਰ ਮਨ ਹੈ, ਤੇ ਪਾਹਨ ਦੋ ਦਾਹਾ। ਹਾਂ ਹੇ ਜੀਵ, ਜਿਨ੍ਹਾਂ ਸੰਬੰਧੀਆਂ ਪਦਾਰਥਾਂ ਸਰੀਰ ਨੂੰ ਤੂੰ ਸਥਿਤ ਸਦਾ ਰਹਿਣ ਵਾਲੇ ਜਾਣ ਕਰਕੇ ਮੰਨਦਾ ਹੈ, ਉਹ ਤਾਂ ਸਾਰੇ ਹੀ 2 ਦਾਹਾ ਹੁੰਦਾ 2 ਦਿਨਾਂ ਦੀ ਪ੍ਰਾਹੁਣੇ ਆ। 2 10 ਭਾਵ 12 ਕੁ ਦਿਨਾਂ ਦੇ ਹਨ, ਜਾਂ 2 ਗੁਣਾ 10 ਭਾਵ 20 ਕੁ ਦਿਨਾਂ ਦੇ ਹਨ। ਅੰਤ ਨੂੰ ਦਾਹਾ ਹੁੰਦਾ ਸੜ ਜਾਣ ਵਾਲੇ ਆ। ਪੁੱਤਰ ਕਲਤਰ ਗ੍ਰਹਿ ਸਗਲ ਸਮੱਗਰੀ, ਸਭ ਮਿਥਿਆ ਅਸਨਾਹਾ। ਜੋ ਪੁੱਤਰ ਕਲਤਰ ਇਸਤਰੀ ਗ੍ਰਹਿ ਘਰ ਅਤੇ ਸਗਲ ਸਾਰੀ ਹੀ ਸਮੱਗਰੀ ਵਸਤੂਆਂ ਹਨ, ਇਹਨਾਂ ਸਾਰਿਆਂ ਦਾ ਅਸਨਾਹਾ ਪ੍ਰੇਮ ਮਿਥਿਆ ਝੂਠਾ ਹੀ ਆ। ਇਹ ਸਾਰੇ ਅਣਹੋਏ ਹੀ ਹਨ। ਰੇ ਮਨ ਕਿਆ ਕਰਹਿ ਹੈ ਹਾਹਾ। ਹੇ ਮਨਾ, ਤੂੰ ਪਦਾਰਥਾਂ ਦੇ ਵਾਸਤੇ ਕੀ ਹਾਹਾ ਹਾਏ ਹਾਏ ਕਰਦਾ ਫਿਰਦਾ, ਹੰਕਾਰ ਵਿੱਚ ਆ ਕੇ। ਹਾਂ ਮੈਂ ਇਤਨੇ ਪਦਾਰਥ ਇਕੱਠੇ ਕਰ ਲਏ, ਹਾਂ ਮੈਂ ਇਤਨਾ ਧਨ ਇਕੱਠਾ ਕਰ ਲਿਆ। ਇਸ ਤਰ੍ਹਾਂ ਹੰਕਾਰ ਦੇ ਨਾਲ ਕੀ ਬੋਲਣਾ ਕਰਦਾ ਹੈ ਤੂੰ? ਕੀ ਹਾਹਾ ਕਰਕੇ ਹੱਸਦਾ ਹੈ? ਪਦਾਰਥਾਂ ਦੇ ਲਈ ਹੋਰਨਾਂ ਕੋਲ ਜਾ ਕੇ ਹਾ ਖਾੜੇ ਕੱਢਦਾ ਫਿਰਦਾ ਹੈ। ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ ਰਹਾਉ। ਹੇ ਜੀਵ, ਦ੍ਰਿਸ਼ਟ ਦਿਸਣ ਵਾਲੇ ਪਦਾਰਥਾਂ ਨੂੰ ਵੇਖਣਾ ਕਰ। ਜਿਸ ਪ੍ਰਕਾਰ ਹਰ ਚੰਦੌਰੀ ਗੰਧਰਵ ਨਗਰੀ ਮਿਥਿਆ ਹੀ ਹਨ, ਝੂਠੀ ਆ। ਇਹ ਪਦਾਰਥ ਪ੍ਰਤੀਤੀ ਮਾਤਰ ਹੀ ਹਨ। ਇਸ ਕਰਕੇ ਇੱਕ ਰਾਮ ਪਰਮੇਸ਼ਰ ਦੇ ਭਜਨ ਸਿਮਰਨ ਦਾ ਲਾਹਾ ਲਾਭ ਲੈਣਾ ਕਰ ਰਹਾਉ। ਸੋ ਜਿਵੇਂ ਹਰ ਚੰਦੌਰੀ ਦੱਸਦੇ ਹਨ, ਰਾਜੇ ਹਰੀ ਚੰਦ ਦੀ ਨਗਰੀ, ਜੋ ਇੱਕ ਭੁਲੇਖੇ ਦੀ ਨਗਰੀ ਹੈ, ਜੋ ਆਕਾਸ਼ ਵਿੱਚ ਦਿਸਦੀ ਹੈ ਪਰ ਅਸਲ ਵਿੱਚ ਹੁੰਦੀ ਨਹੀਂ। ਪੁਰਾਣਕ ਕਥਾ ਅਨੁਸਾਰ ਜਦੋਂ ਰਾਜੇ ਹਰੀ ਚੰਦ ਨੂੰ ਸਵਰਗ ਦੀ ਪ੍ਰਾਪਤੀ ਹੋਈ ਤਾਂ ਇਸ ਨੇ ਕਿਹਾ ਕਿ ਮਹਾਰਾਜ, ਮੇਰੀ ਸਾਰੀ ਪੁਰੀ ਸਵਰਗ ਨੂੰ ਲੈ ਚੱਲੋ। ਤਾਂ ਮਹਾਰਾਜ ਨੇ ਸਾਰੀ ਪੁਰੀ ਹੀ ਵਿਮਾਨ ਉੱਪਰ ਚੜ੍ਹਾ ਲਈ। ਜਦੋਂ ਆਕਾਸ਼ ਵਿੱਚ ਵਿਮਾਨ ਜਾ ਰਿਹਾ ਸੀ ਤਾਂ ਉਸ ਵਿੱਚੋਂ ਗਧੇ ਹਿਣਕ ਪਏ। ਗਧੇ ਹੀਂਗਣ ਤੋਂ ਹਰੀ ਚੰਦ ਨੂੰ ਮਾਣ ਹੋ ਗਿਆ ਤੇ ਆਪਣੇ ਆਪ ਨੂੰ ਕਹਿਣ ਲੱਗਾ ਕਿ ਹੇ ਹਰੀ ਚੰਦਾ, ਤੇਰੇ ਤਾਂ ਗਧੇ ਵੀ ਸਵਰਗਾਂ ਨੂੰ ਚੱਲੇ ਹਨ। ਇਸ ਪ੍ਰਕਾਰ ਉਹ ਪੁਰੀ ਉੱਥੇ ਹੀ ਖਲੋ ਗਈ। ਮੰਨਿਆ ਜਾਂਦਾ ਹੈ ਕਿ ਹੁਣ ਤਾਈਂ ਉਹ ਉੱਥੇ ਵਸਦੀ ਹੈ। ਜਦੋਂ ਆਕਾਸ਼ ਵਿੱਚ ਧੁੰਦ ਆਦਿ ਵਿੱਚ ਸੂਰਜ ਦੀਆਂ ਕਿਰਨਾਂ ਪੈਣ ਤੋਂ ਭੁਲੇਖੇ ਜੇ ਪੈਂਦੇ ਹਨ, ਜਿਵੇਂ ਕੋਈ ਨਗਰੀ ਹੈ, ਉਸ ਨੂੰ ਹਰੀ ਚੰਦੌਰੀ ਜਾਂ ਗੰਧਰਵ ਨਗਰੀ ਆਦਿ ਨਾਮ ਦਿੰਦੇ ਆ, ਪਰ ਉਸ ਪੁਰੀ ਤੋਂ ਕਿਸੇ ਨੇ ਕੋਈ ਸੌਦਾ ਨਹੀਂ ਖਰੀਦਿਆ। ਇਹ ਕਹਿਣ ਮਾਤਰ ਹੀ ਹੈ। ਇਉਂ ਇਹ ਪਦਾਰਥ ਵਾਸਤਵ ਵਿੱਚ ਨਹੀਂ ਹੁੰਦੇ, ਉਸ ਨਗਰੀ ਵਾਂਗ ਮਿਥਿਆ ਹੀ ਹਨ। ਅੱਗੇ ਸਤਿਗੁਰੂ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਜੈਸੇ ਬਸਤਰ ਦੇਹ ਓਢਾਨੇ, ਦਿਨ ਦੋਏ 4 ਭੋ ਰਾਹਾ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਸਰੀਰ ਉੱਪਰ ਬਸਤਰ ਕੱਪੜੇ ਪਹਿਨੀਦੇ ਆ ਨਾ, ਓਢਾਨੇ ਨਾਮ ਪਹਿਨਣ ਦਾ ਹੈ। ਉਹ ਕਹਿੰਦੇ 2 ਦੋਏ 4 ਦੋਹਾਂ ਚੌਹਾਂ ਦਿਨਾਂ ਭਾਵ ਥੋੜ੍ਹੇ ਸਮੇਂ ਵਿੱਚ ਭੋ ਰਾਹਾ ਭੁਰ ਜਾਂਦੇ ਆ, ਹੰਡ ਕੇ ਫਟ ਜਾਂਦੇ ਆ। ਇਸੇ ਪ੍ਰਕਾਰ ਇਹ ਦੇਹ ਰੂਪੀ ਬਸਤਰ ਜੋ ਸੂਖਮ ਸਰੀਰ ਉੱਪਰ ਪਹਿਨਿਆ ਹੋਇਆ ਹੈ, ਇਹ 2-4 ਦਿਨਾਂ ਨੂੰ ਭੁਰ ਜਾਣ ਵਾਲਾ, ਨਾਸ਼ੀ ਹੋ ਜਾਣ ਵਾਲਾ ਹੈ। ਭੀਤ ਊਪਰੇ ਕੇਤਕ ਧਾਈਐ, ਅੰਤ ਔਰ ਕੋ ਆਹਾ। ਕੰਧ ਦੇ ਉੱਤੇ ਕੇਤਕ ਕਿੰਨਾ ਕੁ ਚਿਰ ਦੌੜਨਾ ਕਰੇਗਾ ਕੋਈ, ਅਖੀਰ ਅੰਤ ਨੂੰ ਤਾਂ ਕੰਧ ਦਾ ਔਰ ਕੋ ਓੜਕ ਆ ਹੀ ਜਾਵੇਗਾ, ਅੰਤ ਹੋ ਹੀ ਜਾਵੇਗਾ।
ਇਸੇ ਪ੍ਰਕਾਰ ਇਹ ਦੇਹ ਰੂਪੀ ਕੰਧ ਉੱਪਰ ਜੀਵਨ ਰੂਪ ਕਿੰਨਾ ਕੁ ਦੌੜਾਂਗੇ, ਅੰਤ ਨੂੰ ਤਾਂ ਇਸ ਨੇ ਨਾਸ਼ ਹੋ ਹੀ ਜਾਣਾ ਹੈ। ਜੈਸੇ ਅੰਬ ਕੁੰਡ ਕਰ ਰਾਖਿਓ, ਜੈਸੇ ਅੰਬ ਕੁੰਡ ਕਰ ਰਾਖਿਓ, ਪਰਤ ਸਿੰਧ ਗਲ ਜਾਹਾ। ਜਿਸ ਪ੍ਰਕਾਰ ਪਾਣੀ ਦਾ ਕੁੰਡ ਭਰ ਕਰਕੇ ਰੱਖਿਆ ਹੋਵੇ ਤੇ ਉਸ ਵਿੱਚ ਸਿੰਧ ਹੁੰਦਾ, ਲੂਣ ਦੀ ਡਲੀ ਪੈਂਦਿਆਂ ਹੀ ਉਹ ਲੂਣ ਗਲ ਖੁਰ ਜਾਂਦਾ, ਇਸੇ ਪ੍ਰਕਾਰ ਕਾਲ ਰੂਪੀ ਪਾਣੀ ਹੈ। ਜਗਤ ਕੁੰਡ ਦੀ ਨਿਆਈ ਇਸ ਵਿੱਚ ਮਨੁੱਖਾ ਸਰੀਰ ਰੂਪੀ ਲੂਣ ਦੀ ਡਲੀ ਪੈਣ ਕਰਕੇ ਖੁਰ ਹੀ ਜਾਣਾ ਹੈ। ਭਾਵ ਇੱਕ ਦਿਨ ਸਰੀਰ ਨੇ ਨਾਸ਼ ਹੋ ਹੀ ਜਾਣਾ ਹੈ। ਆਵਗ ਆਗਿਆ ਪਾਰ ਬ੍ਰਹਮ ਕੀ, ਉਠ ਜਾਸੀ ਮੋਹਤ ਚ ਸਾਹਾ। ਹੇ ਜੀਵ, ਜਿਸ ਵਕਤ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਦੀ ਆਗਿਆ ਆਵਗ ਹੁੰਦਾ ਆਵੇਗੀ, ਉਦੋਂ ਮੋਹਤ ਅੱਧੀ ਘੜੀ ਜਾਂ ਚਸਾ ਕੁ ਸਮੇਂ ਭਾਵ ਥੋੜ੍ਹੇ ਤੋਂ ਥੋੜ੍ਹੇ ਸਮੇਂ ਵਿੱਚ ਹੀ ਸੰਸਾਰ ਤੋਂ ਉੱਠ ਕੇ ਜਾਣਾ ਪਵੇਗਾ। ਰੇ ਮਨ ਲੇਖੈ ਚਾਲਹਿ ਲੇਖੈ ਬੈਸਹਿ, ਲੇਖੈ ਲੈਦਾ ਸਾਹਾ। ਹੇ ਮੇਰੇ ਮਨਾ ਭਾਵ ਹੇ ਜੀਵ, ਤੂੰ ਲੇਖੈ ਹਿਸਾਬ ਕਿਤਾਬ ਵਿੱਚ ਹੀ ਚੱਲਦਾ ਹੈ, ਲੇਖੈ ਹਿਸਾਬ ਕਿਤਾਬ ਵਿੱਚ ਹੀ ਬੈਠਦਾ ਹੈ ਅਤੇ ਸਾਹਾ ਸਵਾਸ ਵੀ ਲੇਖੇ ਹਿਸਾਬ ਕਿਤਾਬ ਵਿੱਚ ਹੀ ਲੈਂਦਾ ਹੈ। ਭਾਵ ਤੇਰੀ ਸਾਰੀ ਕਿਰਿਆ ਲੇਖੇ ਵਿੱਚ ਹੀ ਆ। ਸਦਾ ਕੀਰਤ ਕਰ ਨਾਨਕ ਹਰਿ ਕੀ, ਉਬਰੇ ਸਤਿਗੁਰ ਚਰਨ ਓਟਾਹਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਜੀਵ, ਸਦਾ ਹਮੇਸ਼ਾ ਪਰਮੇਸ਼ਰ ਦੀ ਕੀਰਤੀ ਕਰ ਤੇ ਸਤਿਗੁਰਾਂ ਦੇ ਚਰਨ ਕਮਲਾਂ ਦੀ ਓਟ ਟੇਕ ਲੈਣੀ ਕਰ, ਜਿਸ ਕਰਕੇ ਕਾਲ ਤੋਂ ਉਬਰੇ ਬਚ ਜਾਵੇਂਗਾ, ਸੰਸਾਰ ਸਮੁੰਦਰ ਤੋਂ ਤਰ ਜਾਵੇਂਗਾ। ਆਸਾ ਮਹੱਲਾ ਪੰਜਵਾ। ਸੋ ਇਸ ਪਾਵਨ ਸ਼ਬਦ ਦੇ ਜੋ ਅਰਥ ਹਨ, ਉਹ ਰਹਾਉ ਵਾਲੀ ਪੰਕਤੀ ਤੋਂ ਅਰਥ ਆਰੰਭ ਹੋਣਗੇ। ਜੋ ਕਿਰਪਾ ਗੋਬਿੰਦ ਭਈ। ਹਾਂ, ਜਦੋਂ ਗੋਬਿੰਦ ਪਰਮੇਸ਼ਰ ਦੀ ਕਿਰਪਾ ਮਿਹਰ ਹੋਈ ਤਾਂ ਹੁਣ ਫਿਰ ਆਰੰਭ ਤੋਂ ਕਰਦੇ ਹਨ। ਅਪੁਸ਼ਟ ਬਾਤ ਤੇ ਭਈ ਸੀਦਰੀ, ਦੂਤ ਦੁਸ਼ਟ ਸਜਨਈ। ਅਪੁਸ਼ਟ ਹੁੰਦਾ ਪੁੱਠੀ ਬਾਤ ਗੱਲ ਤੋਂ ਵੀ ਸਿੱਧੀ ਹੋ ਗਈ, ਅਤੇ ਪ੍ਰਤੱਖ ਵੈਰੀ ਤੇ ਦੁਸ਼ਟ ਖੋਟੇ ਪੁਰਸ਼ ਵੀ ਸਜਨਈ ਸੱਜਣ ਬਣ ਗਏ। ਪੁੱਠੀ ਬਿਰਤੀ ਜੋ ਪਹਿਲਾਂ ਵਿਸ਼ੇ ਵਿਕਾਰਾਂ ਦੀਆਂ ਗੱਲਾਂ ਚਿਤਵਦੀ ਸੀ, ਉਹ ਹੁਣ ਸਿੱਧੀ ਭਾਵ ਸਿਮਰਨ ਵਿੱਚ ਲੱਗ ਗਈ, ਅਤੇ ਕਾਮ ਕ੍ਰੋਧ ਆਦਿ ਦੂਤ ਤੇ ਇੰਦਰੀ ਰੂਪ ਵੈਰੀ ਵੀ ਸੱਜਣ ਬਣ ਗਏ। ਅੰਧਕਾਰ ਮਹਿ ਰਤਨ ਪਰਗਾਸਿਓ, ਮਲੀਨ ਬੁੱਧ ਹਸ਼ਨਈ। ਅਗਿਆਨ ਰੂਪੀ ਅੰਧਕਾਰ ਹਨੇਰੇ ਵਿੱਚ ਗਿਆਨ ਰੂਪੀ ਰਤਨ ਮਾਣਕ ਦਾ ਪ੍ਰਕਾਸ਼ ਹੋ ਗਿਆ ਹੈ, ਅਤੇ ਅਵਿਦਿਆ ਕਰਕੇ ਹੋਈ ਮਲੀਨ ਮੈਲੀ ਬੁੱਧੀ ਵੀ ਹਸ਼ਨਈ ਨਿਰਮਲ ਭਾਵ ਆਤਮ ਵਿਸ਼ੈਣੀ ਹੋ ਗਈ। ਜੋ ਕਿਰਪਾ ਗੋਬਿੰਦ ਭਈ। ਜਦੋਂ ਗੋਬਿੰਦ ਪਰਮੇਸ਼ਰ ਦੀ ਕਿਰਪਾ ਮਿਹਰ ਹੋਈ ਤਾਂ ਸੁਖ ਸੰਪਤ ਹਰ ਨਾਮ ਫਲ ਪਾਏ। ਸਤਿਗੁਰ ਮਿਲਈ ਰਹਾਉ। ਸਤਿਗੁਰੂ ਸਾਹਿਬ ਜੀ ਦੇ ਮਿਲਣ ਕਰਕੇ ਸੁਖ ਰੂਪੀ ਸੰਪਤ ਵਿਭੂਤੀ ਅਤੇ ਪਰਮੇਸ਼ਰ ਦੇ ਨਾਮ ਕਰਕੇ ਬ੍ਰਹਮ ਗਿਆਨ ਰੂਪੀ ਫਲ ਨੂੰ ਪ੍ਰਾਪਤ ਕਰ ਲਿਆ ਹੈ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ, ਮੋਹ ਕਿਰਪਨ ਕੋ ਕੋਇ ਨ ਜਾਣਤ, ਸਗਲ ਭਵਨ ਪ੍ਰਗਟਈ। ਪਹਿਲਾਂ ਮੈਨੂੰ ਕਿਰਪਨ ਕੰਜੂਸ ਸੂਮ ਨੂੰ ਕੋਈ ਵੀ ਨਹੀਂ ਜਾਣਦਾ ਸੀ। ਭਾਵ ਮੈਂ ਐਸਾ ਸੂਮ ਸੀ ਕਿ ਪਰਮੇਸ਼ਰ ਦੇ ਸਿਮਰਨ ਭਜਨ ਵਿੱਚ ਸਾਹਾਂ ਰੂਪੀ ਪੂੰਜੀ ਖਰਚਦਾ ਹੀ ਨਹੀਂ ਸੀ, ਜਿਸ ਕਰਕੇ ਮੈਨੂੰ ਕੋਈ ਜਾਣਦਾ ਨਹੀਂ ਸੀ। ਪਰੰਤੂ ਜਦੋਂ ਗੁਰਾਂ ਨੇ ਕਿਰਪਾ ਕੀਤੀ ਤਾਂ ਸਾਰੇ ਲੋਕਾਂ ਵਿੱਚ ਪ੍ਰਗਟ ਹੋ ਗਏ ਹਾਂ। ਸੰਗ ਬੈਠਨੋ ਕਹੀ ਨ ਪਾਵਤ, ਹੁਣ ਸਗਲ ਚਰਨ ਸੇਵਈ। ਪਹਿਲਾਂ ਕਿਸੀ ਦੇ ਵੀ ਸੰਗ ਭਾਵ ਨਾਲ ਬੈਠਣਾ ਨਹੀਂ ਪਾਉਂਦਾ ਸੀ, ਭਾਵ ਸਾਰੇ ਨਫ਼ਰਤ ਕਰਦੇ ਸਨ। ਹੁਣ ਸਾਰੇ ਚਰਨਾਂ ਨੂੰ ਸੇਵਈ ਸੇਵਦੇ ਹਨ। ਆੜ ਆੜ ਕੋ ਫਿਰਤ ਢੂੰਡਤੇ, ਮਨ ਸਗਲ ਤ੍ਰਿਸ਼ਨ ਬੁਝ ਗਈ। ਅੱਗੇ ਆੜ ਆੜ ਹੁੰਦਾ ਕੌਡੀ ਕੌਡੀ ਨੂੰ ਢੂੰਡਦੇ ਲੱਭਦੇ ਫਿਰਦੇ ਸੀ, ਪਰ ਜਦੋਂ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਤਦੋਂ ਮਨ ਦੀ ਸਾਰੀ ਤ੍ਰਿਸ਼ਨਾ ਹੀ ਬੁਝ ਗਈ, ਨਿਵਰਤ ਹੋ ਗਈ, ਨਾਸ ਹੋ ਗਈ। ਏਕ ਬੋਲ ਪੀ ਖਵਤੋ ਨਾਹੀ, ਸਾਧ ਸੰਗਤ ਸੀਤ ਲਈ।
ਪਹਿਲਾਂ ਤਾਂ ਕਿਸੇ ਦਾ ਇੱਕ ਕੌੜਾ ਬੋਲ ਬਚਨ ਵੀ ਖਵ ਤੋਂ ਸਹਾਰਦੇ ਨਹੀਂ ਸੀ, ਪਰ ਜਦੋਂ ਗੋਬਿੰਦ ਦੀ ਕਿਰਪਾ ਹੋਈ ਤਦੋਂ ਸਾਧ ਸੰਗਤ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚੋਂ ਮਨ ਸ਼ੀਤਲਤਾ ਦੇ ਸਹਿਤ ਹੋ ਗਿਆ ਹੈ। ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ। ਹੇ ਮਹਾਰਾਜ, ਮੇਰੀ ਇੱਕ ਜੀਭ ਤੁਹਾਡੇ ਕਿਹੜੇ ਕਿਹੜੇ ਗੁਣਾਂ ਨੂੰ ਕਥਨ ਕਰੇ, ਕਿਉਂਕਿ ਤੁਸੀਂ ਤਾਂ ਪਿੱਛੇ ਵੀ ਗਮਤਾ ਤੋਂ ਰਹਿਤ ਸੀ, ਹੁਣ ਵੀ ਅਗਮ ਗਮਤਾ ਤੋਂ ਰਹਿਤ ਹੋ ਅਤੇ ਅੱਗੇ ਨੂੰ ਵੀ ਅਗਮਈ ਅਗੰਮ ਸਰੂਪ ਹੀ ਰਹੋਗੇ, ਜੋ ਅਗੰਮ ਸ਼ਾਸਤਰ ਅਤੇ ਅਗਮ ਵੇਦਾਂ ਕਰਕੇ ਅਗਮਈ ਗਮਤਾ ਤੋਂ ਰਹਿਤ ਹੈ। ਦਾਸ 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 ਕੋ ਕਰਿਯਹੁ ਜਨ ਨਾਨਕ ਹਰਿ ਸਰਣਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਾਈ, ਇਸ ਪ੍ਰਕਾਰ ਬੇਨਤੀ ਕਰੋ ਕਿ ਹੇ ਹਰ ਪਰਮੇਸ਼ਰ, ਅਸੀਂ ਦਾਸ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਜੋ ਆਪ ਜੀ ਦੇ ਮਨ ਬਾਣੀ ਸਰੀਰ ਕਰਕੇ ਦਾਸ ਸੇਵਕ ਹਨ। ਸਾਨੂੰ ਉਹਨਾਂ ਸੇਵਕਾਂ ਦਾ ਵੀ ਦਾਸ ਸੇਵਕ ਬਣਾਉਣਾ ਕਰੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।